व्यूअर्स वेलकम बैक ऑन प्रोग्राम। सो व्यूअर्स एंड वाले सैक्शन में आप गलबात करन जा रहे हैं कि जिवें बड़ा 2023 ਦਾ सूरज डुब रहा है तो 2024 ਦੀ ਨਵੀਂ ਸਵੇਰ ਦੀ ਸਭ ਨੂੰ ਇੰਤਜ਼ਾਰ ਹੈ। ਸੋ ਇਸੇ ਤਰ੍ਹਾਂ ਸਿੱਖ ਰਾਜ ਦਾ सूरज 1840 ਵਿੱਚ ਡੁੱਬਿਆ ਸੀ ਔਰ ਫਰੰਗੀ ਦੀ ਗੁਲਾਮੀ ਤੋਂ ਬਾਅਦ ਪਿਛਲੇ 75 ਸਾਲਾਂ ਤੋਂ ਬ੍ਰਾਹਮਣਵਾਦੀਆਂ ਦੀ ਗੁਲਾਮੀ ਨੂੰ ਸਿੱਖ ਕੌਮ ਨੇ ਪੂਰੀ ਤਾਨ ਨਾਲ ਜੜਿਆ ਉਹ ਚੈਲੰਜ ਕੀਤਾ ਹੋਇਆ। ਸੋ ਸਾਡੇ ਗੁਮਨਾਮ ਸ਼ਾਇਰ ਦੀ ਅੰਗਰੇਜ਼ੀ ਨਜ਼ਮ ਸਾਂਝੀ ਕਰ ਰਹੇ ਹਾਂ और जिस विच उन्होंने अकाल पुरख तो खालसा राज की सजरी सवेर की अरदास की है। सो इस बारे आप गलबात करांगे और नाल ही जिहड़े तुहाडे मैसेज ने वो भी इंटरटेन करन जा रहे हैं। सो असीं चाहांगे कि तुसां इस तरह बड़े रहना देखण सुनन लई एंड लिखण लई तुहाडा सब दा बहुत बहुत शुक्रिया जी। डॉक्टर साहब की विचार ने देखो साडे कोल अक्सर बहुत सारे साडे वीर भैणां दे मैसेज आउंदे ने जी। ज़ाहिर है जिहड़े अपलोडिड वीडियोज़ हुंदियां ने उन्हां दे थल्ले भी हुंदे ने कुछ इन परसन SOS@tv84.tv ते कुछ असी पिक कर पाते हैं। और एक चंगी गल है कि साडे जिहड़े क्रिएटिव व्यूअर्स ने खास तौर ते शायरी दे पिड़ च पंजाबी अंग्रेज़ी वो भी साडा इस वरे दा प्रोग्रामां दा हिस्सा रहा। एक जरूर घाट असी खुद ही विच लिआंदी कि जिहड़ी गुरबाणी विचार रोज़ाना हुंदा सी पिछले कुछ महीनों तो ਇੰਨੀ ਕੰਪੈਲਿੰਗ ਖਬਰਾਂ ਪੋਲੀਟੀਕਲ ਰਹੀਆਂ ਕਿ ਅਸੀਂ ਉਸ ਨੂੰ ਮਾਈਨਸ ਕੀਤਾ ਹੈ, ਜਿਹਨੂੰ ਸਾਡੇ ਦਰਸ਼ਕਾਂ ਦੇ ਇੱਕ ਵਰਗ ਨੇ ਪਸੰਦ ਨਹੀਂ ਕੀਤਾ। ਮੈਨੂੰ ਵੀ ਆਪਣੇ ਆਪ 'ਚ ਖਲਾ ਲੱਗਦਾ। ਉਹ ਅਸੀਂ ਜਨਵਰੀ 1 ਦੇ ਪ੍ਰੋਗਰਾਮ ਤੋਂ ਉਸ ਨੂੰ ਵਿਚਾਰਾਂਗੇ ਜੀ। ਔਰ ਇਸ ਪੀਰੀਅਡ ਸਾਨੂੰ ਬਹੁਤ ਸਾਰਿਆਂ ਦਾ ਪਿਆਰ ਮਿਲਿਆ ਔਰ ਜਿਨ੍ਹਾਂ ਨੇ ਵੀ ਇਸ ਦੀ ਸਰਾਹਨਾ ਕੀਤੀ, ਸਾਨੂੰ ਹੌਸਲਾ ਦਿੱਤਾ, ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਇੱਕ ਸਾਡੇ ਵੀਰ ਸਰਦਾਰ ਇਕਬਾਲ ਸਿੰਘ ਸੰਘੇੜਾ ਜਿਹੜੇ ਇਕਬਾਲ ਸਿੰਘ ਨਕੋਦਰ ਵੀ ਆਪਣੇ ਨਾਂ ਨਾਲ ਲਿਖਦੇ ਨੇ ਤੇ ਨਾਲ ਉਹ ਮਜ਼ਾਹੀ ਅੰਦਾਜ਼ ਕਹਿੰਦੇ ਨੇ ਕਿ ਮੈਂ ਨਕੋਦਰ ਵਾਲਾ ਬਾਬਾ ਨਹੀਂ, ਉਹ ਆਸ਼ੂਤੋਸ਼ੀਆ ਨਹੀਂ ਹੈ। ਔਰ ਉਹਨਾਂ ਨੇ ਜਿਹੜਾ ਬਹੁਤ ਕਮੈਂਟ ਕੀਤਾ ਹਮੇਸ਼ਾ ਹੀ ਹਰ ਪ੍ਰੋਗਰਾਮ ਨੂੰ ਔਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਬਹੁਤ ਵਧੀਆ ਸੇਵਾ ਕਰ ਰਹੇ ਹੋ। ਔਰ ਜਦੋਂ ਉਹਨਾਂ ਨੇ ਪਿਛਲੇ ਦਿਨਾਂ 'ਚ ਲਿਖਿਆ ਸਾਨੂੰ कि लास्ट नाइट when you mentioned Bhai Sahib Bhai Veer Singh and Professor Puran Singh names, I decided to send you Bhai Sahib's poem Ramaz by Veer Singh Orandi. Please share it with our blessed writers in appreciation of their contributions only if you deem it appropriate. Further उन्होंने इस दे उत्ते फिर उन्होंने special thanks to TV84 team, ਅਮਰਵੀਰ ਸਿੰਘ, ਬੀਬਾ ਨੀਲਮ ਕੌਰ, ਸੁਖਵਿੰਦਰ ਸਿੰਘ ਔਰ ਉਹਨਾਂ ਸਾਰਿਆਂ ਨੂੰ ਹੀ ਉਹਨਾਂ ਨੇ ਜਿਹੜਾ ਤੁਹਾਡੀ ਸਭ ਦੀ ਸਰਾਹਨਾ ਕੀਤੀ ਹੈ। ਔਰ ਮੈਂ ਜਿਹੜਾ ਉਹਨਾਂ ਦੀ ਭਾਈ ਵੀਰ ਸਿੰਘ ਹੋਰਾਂ ਦੀ ਜਿਹੜੀ ਨਜ਼ਮ ਉਹਨਾਂ ਨੇ ਭੇਜੀ ਕੰਬਦੀ ਕਲਾਈ 'ਚੋਂ ਹੈ ਇਹ ਬੜਾ ਖੂਬਸੂਰਤ ਮੈਸੇਜ ਹੈ ਕਿਉਂਕਿ ਉਹਦੇ 'ਚ ਵੀ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਅੱਜ ਇੱਕ ਤਬਕਾ ਤੁਹਾਨੂੰ ਬਹੁਤ ਸਾਰੀਆਂ ਜਿਹੜੇ ਨੇ ਇਸ ਕਿਸਮ ਦੇ ਆਚਾਰੀਆ ਅਤੇ ਗੁਰੂ ਬਣੇ ਵੀ ਬੈਠੇ ਮਿਲ ਜਾਣਗੇ ਜਿਹੜੇ ਤਰਕ ਦੇ ਨਾਲ ਗੱਲ ਕਰਦੇ ਨੇ। ਔਰ ਅਸੀਂ ਜਦੋਂ ਜ਼ਿਕਰ ਕੀਤਾ ਸੀ ਕਿ ਵੀ ਭਾਈ ਵੀਰ ਸਿੰਘ ਜਾਂ ਪ੍ਰੋਫੈਸਰ ਪੂਰਨ ਸਿੰਘ ਜਾਂ ਅੱਜ ਦੇ ਕੰਟੈਕਸਟ 'ਚ ਸਾਡੇ ਤਾਜ਼ਾ ਅੱਖਾਂ ਦੇ ਸਾਹਮਣੇ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ, ਇਹ ਉਹ ਸ਼ਖਸੀਅਤਾਂ ਨੇ ਜਿਹੜੀਆਂ ਸੁਰਤ ਦੇ ਖੰਭਾਂ ਦੇ ਉੱਤੇ ਉਹਨਾਂ ਵਕਤਾਂ ਦੇ ਵਿੱਚ ਪਹੁੰਚ ਜਾਂਦੀਆਂ ਨੇ। ਉਹ ਗੁਰੂ ਕਾਲ ਹੈ, ਅਨੰਦਪੁਰ ਸਾਹਿਬ ਦੀ ਧਰਤੀ ਹੈ ਜਾਂ ਗੁਰੂ ਨਾਨਕ ਸਾਹਿਬ ਦਾ ਦਰਬਾਰ ਹੈ, ਕਰਤਾਰਪੁਰ ਹੈ। ਜਦੋਂ ਈਵਨ ਪ੍ਰੋਫੈਸਰ ਮਹਿਬੂਬ ਬਾਰੇ ਸੀ ਕਿ ਵੀ ਉਹ ਜਦੋਂ ਜਾਂਦੇ ਨੇ ਪਾਕਿਸਤਾਨ ਗਏ, ਹੁਣ ਤਾਂ ਚੜ੍ਹਾਈ ਕਰ ਗਏ ਨੇ, ਜ਼ਮੀਨ 'ਚ ਲਿਟਦੇ ਸੀ। ਇਹੀ ਇਵੇਂ ਹੀ ਪ੍ਰੋਫੈਸਰ ਪੂਰਨ ਸਿੰਘ ਉਹ ਕਦੇ ਦਰਖਤਾਂ ਨੂੰ ਜੱਫੀਆਂ ਪਾ ਰਹੇ ਨੇ ਕਿਉਂਕਿ ਉਹ ਸਾਰਾ ਤੁਸੀਂ ਉਹਦੇ 'ਚ ਮਹਿਸੂਸ ਕਰਦੇ ਹੋ। ਔਰ ਇਹ ਲੌਜਿਕ ਜਾਂ ਬੌਧਿਕਤਾ ਜਾਂ ਤਰਕ ਦੇ ਦਾਇਰੇ 'ਚ ਨਹੀਂ ਆਉਂਦਾ। ਇਹ ਜਿੱਥੇ ਤਰਕ ਬੌਧਿਕਤਾ ਸੋ ਕਾਲਡ ਇੰਟੈਲੈਕਟ ਉਹ ਰੁਕਦਾ ਹੈ ਉੱਥੋਂ ਇਹ ਉਡਾਰੀ ਸ਼ੁਰੂ ਹੁੰਦੀ ਹੈ। ਇਹਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ। ਕਹਿ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਇਹ ਦੱਸਿਆ ਨਹੀਂ ਜਾ ਸਕਦਾ, ਸਮਝਾਇਆ ਨਹੀਂ ਜਾ ਸਕਦਾ, ਮਹਿਸੂਸਿਆ ਜਾ ਸਕਦਾ। ਉਹਨੂੰ ਤੁਸੀਂ ਉਹਨਾਂ ਦੀਆਂ ਸ਼ਖਸੀਅਤਾਂ 'ਚੋਂ ਰਿਫਲੈਕਟ ਹੁੰਦਾ ਦੇਖਦੇ ਹੋ। ਜਦੋਂ ਪ੍ਰੋਫੈਸਰ ਪੂਰਨ ਸਿੰਘ ਜਿਨ੍ਹਾਂ ਨੇ ਭਾਈ ਵੀਰ ਸਿੰਘ ਹੋਰਾਂ ਦੀ ਸਪੈਲ ਥੱਲੇ ਆਪਣਾ ਉਹ ਮਾਈ ਫਰੈਂਡ ਸਵਾਮੀ ਰਾਮ ਤੀਰਥ ਉਹਦਾ ਚੇਲੇ ਬਣਿਆ ਸੀ, ਉਹ ਛੱਡਿਆ ਸਿੱਖੀ ਮੰਡਲ 'ਚ ਆਏ ਤਾਂ ਉਹਨਾਂ ਨੂੰ ਪੁੱਛਿਆ ਸੀ ਕਿ ਦੱਸੋ
ਸਿੱਖੀ ਦਾ ਪ੍ਰਚਾਰ ਕਿਵੇਂ ਹੋਏ, ਵਧੀਆ ਸਪੀਕਰ ਪੈਦਾ ਕੀਤੇ ਜਾਣ, ਵਧੀਆ ਲਿਖਾਰੀ ਹੋਣ। ਉਹਨਾਂ ਕਿਹਾ ਚੰਦ ਭਾਈ ਵੀਰ ਸਿੰਘ ਪੈਦਾ ਕਰੋ ਕਿ ਉਹਨਾਂ ਦੀ ਛੋਹ ਜਿਹੜੀ ਹੈ, ਉਹਨਾਂ ਦਾ ਦੀਦਾਰ, ਉਹਨਾਂ ਦੀ ਗੁਫ਼ਤਗੂ, ਉਹਨਾਂ ਦਾ ਜੀਵਨ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਜੀਵਨ ਦੇ ਅੰਦਰ ਉਹ ਆਨੰਦ ਹੁੰਦਾ ਹੈ ਤਾਂ ਫਿਰ ਲਫ਼ਜ਼ ਵੀ ਬੇਮਾਨੇ ਹੋ ਜਾਂਦੇ ਨੇ। ਔਰ ਭਾਈ ਵੀਰ ਸਿੰਘ ਹੋਰਾਂ ਦੀ ਕੰਬਦੀ ਕਲਾਈ ਪੁਸਤਕ 'ਚੋਂ ਇਹ ਰਮਜ਼ ਜਿਹੜੀ ਹੈ ਸਾਨੂੰ ਸਰ ਸਾਹਿਬ ਨੇ ਭੇਜੀ ਹੈ, ਇਕਬਾਲ ਸਿੰਘ ਜੀ ਨੇ, ਅਸੀਂ ਸ਼ੇਅਰ ਕਰ ਰਹੇ। ਹੈ ਹਿਸਾਬੀ ਆਖਦਾ ਮੈਂ ਕਰ ਹਿਸਾਬਾਂ ਸਾਰੀਆਂ, ਕਿਧਰੇ ਤੇਰੇ ਮਹਿਬੂਬ ਦੇ ਡਿੱਠੇ ਨਕਸ਼ ਨਾ ਧਾਰੀਆਂ, ਲੈ ਕੇ ਫੀਤੇ ਅਕਲ ਦੇ ਕਰਦਾ ਫਿਰੇ ਹੈ ਮਿਣਤੀਆਂ, ਖੋਜਦਾ ਤੇ ਭਾਲਦਾ ਦਿਲ ਲਾ ਕੇ ਟੁੱਬੀ ਤਾਰੀਆਂ। ਇਹ ਜਿਹੜੇ ਤਰਕ ਵਿਤਰਕ ਤਰਕਵਾਦੀ, ਉਹ ਕਹਿੰਦੇ ਜੀ ਮੈਂ ਸਾਰੇ ਹਿਸਾਬ ਲਾਏ, ਮੈਨੂੰ ਕਿਤੇ ਤੇਰੇ ਮਹਿਬੂਬ ਦੇ ਕਿਤੇ ਨਹੀਂ ਨਜ਼ਰ ਆਏ, ਉਹਨਾਂ ਦੇ ਲੈ ਕੇ ਫੀਤੇ ਅਕਲ ਦੇ ਕਰਦਾ ਫਿਰੇ ਹੈ ਮਿਣਤੀਆਂ। ਤੁਸੀਂ ਇਹ ਗਿਣਤੀਆਂ ਮਿਣਤੀਆਂ 'ਚ ਆਉਣ ਵਾਲੀ ਪਿਆਰ ਦੀ ਖੇਡ ਨਹੀਂ ਹੈ। ਸੌ ਰਹੇ ਗਾਫਲ ਕਈ ਸਿਰ ਦਰਦੀਆਂ ਸਭ ਛੱਡ ਕੇ, ਮਾਣ ਮੌਜਾਂ ਕੁਛ ਰਹੇ ਦੁਨੀਆ ਨੇ ਹਨ ਜੋ ਖਿਲਾਰੀਆਂ। ਉਹਨਾਂ 'ਚ ਹਾਏ ਸਾਨੂੰ ਰਮਜ਼ ਕਹੀ, ਗੈਬ ਤੋਂ ਹੈ ਪੈ ਗਈ, ਖੁੱਲ੍ਹ ਪਈਆਂ ਹਨ ਸਾਹਮਣੇ ਸਾਡੇ ਕਿਤਾਬਾਂ ਨਿਆਰੀਆਂ। ਹੁਣ ਇਹ ਕੰਬਦੀ ਕਲਾਈ ਉਹਨਾਂ ਦੀ ਬੜੀ ਖੂਬਸੂਰਤ ਨਜ਼ਮਾਂ ਦੀ ਕਿਤਾਬ ਹੈ। ਉਹਦੇ 'ਚ ਇੱਕ ਉਸ ਦੀ ਇਹ ਨਜ਼ਮ ਹੈ ਕਿ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾ ਗਲ ਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਹੁਣ ਉਹਦਾ ਕਿਤਾਬ ਦਾ ਨਾਮ ਵੀ ਕੰਬਦੀ ਕਲਾਈ। ਉਹਨਾਂ ਨੇ ਕਿਹਾ ਵੀ ਇਹੀ ਹਾਏ ਸਾਨੂੰ ਰਮਜ਼ ਕਹੀ, ਗੈਬ ਤੋਂ ਹੈ ਪੈ ਗਈ, ਖੁੱਲ੍ਹ ਪਈਆਂ ਹਨ ਸਾਹਮਣੇ ਸਾਡੇ ਕਿਤਾਬਾਂ ਨਿਆਰੀਆਂ, ਸੋਹਲ ਵਰਕਿਆਂ ਵਾਲੜਾ ਦਫ਼ਤਰ ਗੁਲਾਬਾਂ ਖੋਲ੍ਹਿਆ, ਨਕਸ਼ ਹਰ ਵਰਕੇ ਪਏ ਤੇ ਖੱਤ ਤੇ ਪਈਆਂ ਧਾਰੀਆਂ, ਜਿਉਂਦਾ ਵਰਕਾ ਹੈ ਲਿਖਿਆ ਹੈ ਜੋ ਸੋਸਨ ਪੰਖੜੀ, ਲਿਖੀ ਇਸ ਤੇ ਲਿਖਤ ਜਿਉਂਦੀ, ਲਿਖੀ ਜੋ ਗੈਬ ਲਿਖਾਰੀਆਂ। ਉਹਨੇ ਜਿਹੜੀ ਗੈਬ ਦੀ ਲਿਖਤ ਹੈ, ਜਦੋਂ ਗੁਰੂ ਸਾਹਿਬ ਬਾਣੀ ਉਚਾਰਦੇ ਨੇ ਤੇ ਇਹੀ ਫਰਮਾਉਂਦੇ ਨੇ ਕਿ ਹਉ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ। ਧੁਰ ਕੀ ਬਾਣੀ ਆਈ, ਇਹ ਲਿਖੀ ਨਹੀਂ ਹੈ, ਇਹ ਬਾਣੀ ਉਤਰੀ ਹੈ, ਇਹ ਬੋਲ ਮੇਰੇ ਨੇ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ। ਇਹੀ ਭਾਈ ਸਾਹਿਬ ਕਹਿੰਦੇ ਨੇ, ਲਿਖੀ ਇਸ ਤੇ ਲਿਖਤ ਜਿਉਂਦੀ, ਲਿਖੀ ਜੋ ਗੈਬ ਲਿਖਾਰੀਆਂ, ਨਕਸ਼ ਹੈ ਹਾਂ ਰੂਪ ਹੈ, ਹਾਂ ਜਿੰਦ ਹੈ, ਹਾਂ ਆਪ ਹੈ, ਲਪਟ ਹੈ ਤੇਰੀ ਪਿਆਰੇ, ਕਰ ਰਹੀ ਦਿਲਦਾਰੀਆਂ, ਦੇਖ ਕੇ ਇੱਕ ਵੇਰ ਤੈਨੂੰ ਫਸ ਗਏ ਇਸ ਘੇਰ ਵਿੱਚ, ਨੈਣ ਨਕਸ਼ਾਂ ਨੇ ਫੜੇ, ਸੈਨਤ ਨੇ ਹੋਸ਼ਾਂ ਮਾਰੀਆਂ। ਸੋ ਇਹ ਬੜੀ ਖੂਬਸੂਰਤ ਔਰ ਬਹੁਤ ਬਹੁਤ ਸ਼ੁਕਰੀਆ ਸਰ ਇਕਬਾਲ ਸਿੰਘ ਜੀ। ਔਰ ਹੁਣ ਜਿਹੜੀ ਸਾਡੀ ਥੀਮ ਪੋਮ ਹੈ, ਕਿਉਂਕਿ 2023 ਦਾ ਸੂਰਜ ਗਰੂਬ ਹੋ ਰਿਹਾ, ਜਿਹਨੂੰ ਅਸਤ ਹੋਣਾ ਕਹਿੰਦੇ ਨੇ, ਸੂਰਜ ਡੁੱਬਣਾ ਕਹਿੰਦੇ ਨੇ। ਡੁੱਬਣਾ ਤੇ ਉੱਗਣਾ, ਪੰਜਾਬੀ ਦਾ ਲਫ਼ਜ਼ ਹੁਣ ਉੱਗਣਾ ਅਸੀਂ ਗਾਇਬ ਕਰ ਦਿੱਤਾ, ਜਦੋਂ ਸੂਰਜ ਚੜ੍ਹਨਾ ਅਸੀਂ ਕਹਿਣ ਲੱਗ ਗਏ ਹੈ। ਜਿਹੜਾ ਪੁਰਾਤਨ ਪੰਜਾਬੀ ਹੈ, ਉੱਗਣਾ, ਉੱਗ ਬਣਾ ਤੇ ਆਥ ਬਣਾ, ਇਹ ਵੀ ਲਫ਼ਜ਼ ਗੁਰਬਾਣੀ ਦੇ ਨੇ। ਔਰ ਸੂਰਜ ਉੱਗਣ ਦਾ ਵਕਤ ਇਵੇਂ ਹੀ ਹੁੰਦਾ ਜਿਵੇਂ ਉੱਗ ਪਿਆ, ਤੇ ਇਵੇਂ ਹੀ ਹੁੰਦਾ ਜਿਵੇਂ ਚਲਾ ਗਿਆ, ਡੁੱਬ ਗਿਆ। ਔਰ ਇਹ ਸਾਡੇ ਵੀਰ ਜਿਨ੍ਹਾਂ ਨੇ, ਜਿਹੜੇ ਇੰਨੇ ਕੁ ਨਿਸ਼ਕਾਮ ਨੇ, ਉਹ ਆਪਣਾ ਨਾਂ ਨਹੀਂ ਚਾਹੁੰਦੇ, ਉਹਨਾਂ ਨੇ ਨਜ਼ਮ ਅੰਗਰੇਜ਼ੀ ਦੇ ਵਿੱਚ ਭੇਜੀ, ਵੈਨਿਸ਼ਡ ਸਨ, ਇਹ ਪਲੀ ਫਾਰ ਡਾਨ। ਔਰ ਇਹ ਪੋਲੀਟੀਕਲ ਸਿੰਬੋਲਿਜ਼ਮ ਹੈ ਕਿ 1846 'ਚ, ਹੁਣ ਬਹੁਤ ਵਾਰੀ ਅਸੀਂ ਜਦੋਂ ਸੂਰਜ ਡੁੱਬਣ ਦੀ ਗੱਲ ਕਰਦੇ ਹਾਂ ਸਿੱਖ ਰਾਜ ਦੀ, 1849 ਦੀ ਗੱਲ ਕਰਦੇ ਹਾਂ, ਕਿਉਂਕਿ ਸੈਕਿੰਡ ਐਂਗਲੋ ਸਿੱਖ ਵਾਰ ਤੋਂ ਬਾਅਦ ਫਾਈਨਲੀ 1849 'ਚ ਪੰਜਾਬ ਅੰਗਰੇਜ਼ੀ ਰਾਜ ਦਾ ਹਿੱਸਾ ਬਣਿਆ ਜਾਂ ਉਹਨਾਂ ਦੇ ਪੇਟੇ ਪਿਆ। ਪਰ ਡਿਫੀਟ ਤਾਂ 1846 ਦੇ ਵਿੱਚ ਹੀ ਲਾਹੌਰ ਆ ਕੇ ਉਹ ਬੈਠ ਗਏ ਸੀ, ਔਰ ਉਹਨਾਂ ਦਾ ਜਿਹੜਾ ਹੈ ਉਹ ਜੋ ਵੀ ਅਗਲੇ 3 ਸਾਲ ਨੇ ਉਹਨਾਂ ਦੀ ਕਮਾਂਡ ਥੱਲੇ ਹੀ ਚੱਲਿਆ। ਸੋ ਉਹਨਾਂ ਨੇ 1846 ਦੇ ਸਾਲ ਨੂੰ ਹੀ ਸਿੱਖ ਰਾਜ ਦਾ ਸੂਰਜ ਗਰੂਬ ਹੋਣਾ, ਡੁੱਬਣਾ, ਉਸ ਨਾਲ ਜੋੜਿਆ। ਔਰ ਨਵੇਂ ਵਰ੍ਹੇ ਦੇ ਵਿੱਚ ਇਹ ਤਵੱਕੋ ਕੀਤੀ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਕੇ, ਦੁਆ ਗੋ ਹੋ ਕੇ,
ਕਿ ਇਹ ਪਲੀ ਫॉर ਡੌਨ ਹੁੰਦਾ ਹੈ ਸੂਰਜ ਚੜ੍ਹਨ ਦਾ ਵੇੜਾ ਜਿਹੜਾ ਕਿ ਇਹ ਹੈ ਜੀ In the hush of time, on March's eve so old, a sun dipped low, a tale it told, 1846, a chapter in the past, its rays vanished, shadows cast. ਕਿ ਵਕਤ ਦੀ ਸਿਤਮ ਜ਼ਰੀਫੀ ਦੇਖੋ, in the hush of time, ਉਹ ਮਾਰਚ, ਉਹ ਪੁਰਾਣਾ ਮਾਰਚ 1846 ਜਦੋਂ ਸੂਰਜ ਥੱਲੇ ਨੂੰ ਉਤਰਿਆ, ਜਿਹੜੀ ਕਹਾਣੀ ਦੱਸੀ ਜਾਂਦੀ ਹੈ ਇਹ ਬੀਤੇ ਦੀ ਕਹਾਣੀ ਹੈ, ਪਰ ਇਸ ਦੀਆਂ ਕਿਰਨਾਂ ਵੈਨਿਸ਼ ਹੋਣੀਆਂ ਸ਼ੁਰੂ, ਗਾਇਬ ਹੋਣੀਆਂ ਸ਼ੁਰੂ ਹੋਈਆਂ ਔਰ ਪਰਛਾਵੇਂ ਢਲਣੇ ਸ਼ੁਰੂ ਹੋਏ। Yet you, the dawn of this present day, bathing in light in a different way, do you know where that sun now roams? In cosmic currents it finds its homes. ਕਿ ਉਹ ਅੱਜ ਦੀ ਸਵੇਰ, ਸੱਜਰੀ ਸਵੇਰ, ਸੂਹੀ ਸਵੇਰ, the dawn of this present day, ਤੈਨੂੰ ਇਹ ਪਤਾ ਹੈ ਉਹ ਜਿਹੜਾ ਸਾਡਾ ਸੂਰਜ ਗਵਾਚਾ ਰਾਜ ਦਾ, ਉਹ ਕਿੱਥੇ, ਕਿਹੜੇ ਗ੍ਰਹਿਆਂ ਦੇ ਵਿੱਚ, ਕਿਹੜੇ ਮੰਡਲਾਂ ਦੇ ਵਿੱਚ, ਕਿਹੜੀਆਂ ਗਲੈਕਸੀਆਂ ਦੇ ਵਿੱਚ, ਕਿਹੜੇ ਕਾਸਮਿਕ ਕਰੰਟ ਦੇ ਵਿੱਚ ਹੈ ਔਰ ਕਿੱਥੇ ਹੈ ਉਹ? Whisper to the orb as it makes its flight, tell it we wait in the fading light, unseen our struggles behind the scenes, jackals chasing lions, harsh, relentless scenes. ਇਹ ਉਸ ਆਰਬਿਟ ਦੇ ਵਿੱਚ, ਉਹ ਸਾਰੀ ਕਾਸਮੋਸ ਦੇ ਵਿੱਚ ਕਨਸੋਆਂ ਵਿਸਪਰਿੰਗ, ਫੁਸਫੁਸਾਣਾ ਕਿ ਭਾਈ ਕਿੱਥੇ ਚਲਾ ਗਿਆ, ਕਿੱਥੇ ਹੈ ਉਹਦੀ ਫਲਾਈਟ, ਕਿੱਥੇ ਹੈ? ਅਸੀਂ ਤਾਂ ਇੰਤਜ਼ਾਰ ਕਰ ਰਹੇ ਹਾਂ ਲਾਈਟ ਜਿਹੜੀ ਹੈ ਫੇਡ ਹੋਈ ਰੋਸ਼ਨੀ ਦੇ ਵਿੱਚ, ਕਿ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਕਿਵੇਂ ਹੋ ਰਿਹਾ ਕਿ ਜਿਹੜੇ ਗਿੱਦੜ ਨੇ ਉਹ ਸ਼ੇਰਾਂ ਨੂੰ ਵੰਗਾਰ ਰਹੇ ਨੇ, ਸ਼ੇਰਾਂ ਨੂੰ ਜਿਹੜਾ ਹੈ ਉਹ ਜ਼ਲੀਲ ਕਰ ਰਹੇ ਨੇ, ਜੈਕਲ ਚੇਜ਼ਿੰਗ ਲਾਇਨਸ, ਹਾਰਸ਼ ਰਿਲੈਂਟਲੈਸ ਸੀਨ, ਜਿਹੜੇ ਨਾਕਾਬਲੇ ਬਰਦਾਸ਼ਤ ਸੀਨ ਨੇ। ਹਿਡਨ ਬਿਯੋਂਡ ਦਾ ਹੋਰਾਈਜ਼ਨਸ ਐਮਬ੍ਰੇਸ, the sun missed the falcon's painful chase, mothers weep, sisters mourn, husbands lost, daughters torn. Hidden beyond the horizon's embrace, ਕਿ ਵੀ ਲੁਕਿਆ ਹੋਇਆ ਸਾਡਾ ਗਵਾਚਿਆ ਰਾਜ ਭਾਗ। ਔਰ ਇਹ ਜਿਹੜਾ ਸੂਰਜ ਕਿਵੇਂ ਫੈਲਕਨ ਬਾਜ ਨੂੰ ਕਹਿੰਦੇ ਨੇ ਕਿ ਭਾਈ ਉਹ ਬਾਜ ਕਿਵੇਂ ਉਹਦੀ ਪੇਨਫੁਲ ਚੇਜ਼ ਹੈ, ਉਹ ਅਜੇ ਵੀ ਉਸ ਦੌੜ ਦੇ ਵਿੱਚ ਸ਼ਾਮਲ ਹੈ, ਉਹਦੀ ਚੇਜ਼ ਮੁੱਕੀ ਨਹੀਂ ਜਦੋਂ ਤੱਕ ਸੂਰਜ ਦੁਬਾਰਾ ਨਹੀਂ ਚੜ੍ਹਦਾ। ਔਰ ਇਸ ਸਾਰੇ ਦੌਰ ਦੇ ਵਿੱਚ ਮਾਵਾਂ ਰੋਂਦੀਆਂ ਨੇ, ਭੈਣਾਂ ਸੋਗਜ਼ਦਾ ਨੇ, ਜਿਨਕੇ ਬੰਕੇ ਘਰੀ ਨਾ ਆਇਆ, ਤਿੰਨ ਕਿਉਂ ਰਹਿਣ ਵਿਹਾਣੀ, ਹਸਬੈਂਡਸ ਲੌਸਟ, ਡਾਟਰਸ ਟੌਰ, ਬੱਚੀਆਂ ਅੰਦਰੋਂ ਜ਼ਖਮੀ ਨੇ। ਇਹ ਸਾਰੇ ਦੇ ਵਿੱਚ ਫਾਦਰ ਆਫ ਹੈਵਨ, in your celestial might, bring back that sun, restore its light. Mothers grieve, their hearts in strife, loss of sons, brothers, husband's life. ਕਿ ਉਹ ਅਕਾਲ ਪੁਰਖ, ਫਾਦਰਸ ਆਫ ਹੈਵਨ, ਉਹਨਾਂ ਸਵਰਗਾਂ ਦਾ, ਉਹਨਾਂ ਜੰਨਤ ਦੇ ਮਾਲਕਾ, ਉਸ ਬ੍ਰਹਿਮੰਡ ਦੇ ਮਾਲਕਾ, ਫਾਦਰਸ ਆਫ ਹੈਵਨ, in your celestial might, ਤੁਹਾਡੇ ਉਸ ਰੱਬੀ ਨੂਰ, ਉਸ ਰੱਬੀ ਤਾਕਤ ਦੇ ਥੱਲੇ, bring back that sun, restore its light, ਕਿ ਉਹ ਸੂਰਜ ਸਾਡੀ ਆਜ਼ਾਦੀ ਦਾ, ਉਸ ਨੂੰ ਵਾਪਸ ਚੜਾ, ਉਸ ਦੀ ਰੋਸ਼ਨੀ ਸਾਨੂੰ ਵਾਪਸ ਮਿਲੇ। ਮਾਵਾਂ ਅਫਸੋਸ 'ਚ ਨੇ, ਉਹਨਾਂ ਦੇ ਦਿਲ ਦੁੱਖ ਦੇ ਨਾਲ ਜਿਹੜੇ ਭਰੇ ਹੋਏ ਨੇ, ਔਰ ਉਹਨਾਂ ਦੇ ਬੱਚੇ, loss of sons, brothers, husbands, ਸਾਰੀ ਉਹਨਾਂ ਦੀ ਜ਼ਿੰਦਗੀ 'ਚੋਂ ਤਿੰਨ ਜਨਰੇਸ਼ਨਾਂ, ਪਤੀ ਵੀ, ਪੁੱਤਰ ਵੀ ਔਰ ਭਰਾ ਵੀ ਉਹ ਗਾਇਬ ਨੇ। DNA strands, a fragile thread, threatened now as chaos spreads, a plea to you as battles accrue, heavenly Father, guide us through. ਕਿ ਚਾਰ ਚੁਫੇਰੇ ਸਾਡੀ ਤਾਕਤ, ਸਾਡਾ ਵਿਰਸਾ, ਸਾਡਾ ਅੰਦਰ, ਸਾਡਾ ਆਪਾ, ਚਾਰ ਚੁਫੇਰੇ
ਸਕੈਟਰਡ ਹੈ, ਚਾਰ ਚਫੇਰੇ ਜਿਹੜਾ ਹੈ ਉਹ ਥ੍ਰੈਟਸ ਹੀ ਥ੍ਰੈਟਸ ਨੇ, ਅਫਰਾ ਤਫਰੀ ਮਚੀ ਹੋਈ ਹੈ। ਹੇ ਵਾਹਿਗੁਰੂ ਤੇਰੇ ਚਰਨਾਂ 'ਚ ਅਰਦਾਸ ਹੈ, ਜਿਉਂ-ਜਿਉਂ ਇਹ ਜੰਗ ਤੇਜ਼ ਹੋ ਰਹੀ ਹੈ, ਹੈਵਨਲੀ ਫਾਦਰ ਗਾਈਡ ਅਸ ਥਰੂ, ਸਾਡੀ ਉਂਗਲ ਫੜ ਕੇ, ਸਾਡੀ ਬਾਂਹ ਫੜ ਕੇ ਸਾਨੂੰ ਰਸਤਾ ਦਿਖਾ। ਓਪਨ ਯੋਰ ਆਈਜ਼, ਅਵੇਕਨ ਦਾ ਲੈਂਡ, strike the slumber, a divine command, lions hunted in a world unclear, path obscured, shadows near. हे ਵਾਹਿਗੁਰੂ ਕਿਰਪਾ ਕਰ, ਆਪਣੇ ਉਹਨਾਂ ਨੇਤਰਾਂ ਨੂੰ ਖੋਲ, ਇਸ ਧਰਤੀ ਨੂੰ ਜਗਾ, ਅਵੇਕਨ ਦਾ ਲੈਂਡ, ਇਹ ਸਟ੍ਰਾਈਕ ਦਾ ਸਲੰਬਰ, ਇਸ ਨੀਂਦ ਚੋਂ, ਗਫਲਤ ਚੋਂ ਜਿਹੜਾ ਝੰਜੋੜ ਕੇ ਕੱਢ, ਉਸ ਰੱਬੀ ਹੁਕਮ ਦੇ ਥੱਲੇ, ਡਿਵਾਈਨ ਕਮਾਂਡ ਦੇ ਥੱਲੇ। ਅੱਜ ਸ਼ੇਰਾਂ ਦਾ ਸ਼ਿਕਾਰ ਹੋ ਰਿਹਾ ਹੈ ਦੁਨੀਆ ਦੇ ਵਿੱਚ। ਇੱਕ ਅਸਪਸ਼ਟਤਾ ਹੈ, ਸਾਡੇ ਰਸਤੇ 'ਚ ਰੁਕਾਵਟਾਂ ਨੇ, ਚਾਰ ਚਫੇਰੇ ਜਿਹੜੇ ਨੇ ਹਨੇਰੇ ਵੀ ਨਜ਼ਰ ਆਉਂਦੇ ਨੇ। ਔਰ ਫਾਈਨਲ ਹੈ, ਇਨ ਦਿਸ ਸਿੰਫਨੀ ਆਫ ਸਟ੍ਰਾਈਫ ਐਂਡ ਸੋਰੋ, ਲੈਟ ਦ ਸਨ ਰਾਈਜ਼, ਏ ਨਿਊ ਟੂਮੋਰੋ, ਏ ਕਾਲ ਟੂ ਆਰਮਸ, ਅਵੇਕਨ ਦਾ ਮਾਈਟ, ਬੈਨਿਸ਼ ਦਾ ਕਲਾਉਡਸ, ਰਿਵੀਲ ਦਾ ਲਾਈਟ। ਸਿੰਫਨੀ ਹੁੰਦੀ ਹੈ ਜਦੋਂ ਆਰਕੈਸਟਰਾ ਵਾਲੇ ਪੂਰਾ ਗਰੁੱਪ ਤਿਆਰ ਹੋ ਕੇ ਸਾਰੇ ਅੱਡ-ਅੱਡ ਸਾਜ਼ ਵਜਾ ਰਹੇ ਹੁੰਦੇ ਨੇ ਇੱਕ ਹਾਰਮਨੀ ਦੇ ਵਿੱਚ ਉਸਦਾ। ਇਨ ਦਿਸ ਸਿੰਫਨੀ ਆਫ ਸਟ੍ਰਾਈਫ ਐਂਡ ਸੋਰੋ, ਕਿ ਇਹ ਸਾਡੇ ਪਾਸੇ ਤਾਂ ਜਿਹੜਾ ਆਰਕੈਸਟਰਾ ਸਿੰਫਨੀ ਵੱਜ ਰਹੀ ਹੈ ਉਹ ਸਟ੍ਰਾਈਫ ਔਰ ਸੋਰੋ ਦੀ ਹੈ। ਚਾਰ ਚਫੇਰੇ ਇਹੀ ਹੈ, ਲੈਟ ਦਾ ਸਨ ਰਾਈਜ਼, ਏ ਨਿਊ ਟੂਮੋਰੋ, ਕਿ ਸੂਰਜ ਚੜ੍ਹੇ, ਇੱਕ ਨਵੇਂ ਕੱਲ੍ਹ ਦਾ ਆਗਾਜ਼ ਹੋਏ। ਇਹ ਕਾਲ ਟੂ ਆਰਮਸ, ਅਵੇਕਨ ਦਾ ਮਾਈਟ, ਕਿ ਖਲੋ ਜਾਓ। ਜਿਹੜਾ ਜਿਵੇਂ ਅਸੀਂ ਕੱਲ੍ਹ ਕਿਹਾ ਸੀ ਉਹਦਾ ਸੰਤ ਰਾਮ ਉਦਾਸੀ ਦਾ, ਕਿ ਸਾਡਾ ਇਹ ਵੰਗਾਰ ਹੋਏ ਕਿ ਜਿਨ੍ਹਾਂ ਕੰਧ ਸਰਹੰਦ ਦੀ ਤੋੜੀ ਸੀ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ, ਅੰਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ਤੇ, ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ। ਇਹ ਕਾਲ ਟੂ ਆਰਮਸ, ਅਵੇਕਨ ਦਾ ਮਾਈਟ, ਬੈਨਿਸ਼ ਦਾ ਕਲਾਉਡਸ, ਹੇ ਸਤਿਗੁਰੂ ਰਹਿਮਤ ਕਰੋ, ਇਹ ਗੁਲਾਮੀ ਦੇ ਬੱਦਲ ਛੱਟ ਜਾਣ, ਰਿਵੀਲ ਦਾ ਲਾਈਟ, ਇਹ ਜਿਹੜਾ ਰਾਜ ਭਾਗ ਦਾ ਸੂਰਜ ਸਾਡੀ ਧਰਤੀ ਨੂੰ, ਸਾਡੇ ਦਿਲਾਂ ਨੂੰ ਰੋਸ਼ਨਾਏ। ਸੋ ਮੈਨੂੰ ਇਹ ਲੱਗਾ ਕਿ ਵੀ ਇਸ ਤੋਂ ਬਿਹਤਰ ਅੰਦਾਜ਼ ਦੇ ਵਿੱਚ, ਤਰੀਕੇ ਨਾਲ ਅਸੀਂ ਨਵੇਂ ਵਰ੍ਹੇ ਨੂੰ ਜਿਹੜਾ ਉਹ ਵੈਲਕਮ ਨਹੀਂ ਕਹਿ ਸਕਦੇ ਤੇ ਬੀਤੇ ਨੂੰ ਅਲਵਿਦਾ ਨਹੀਂ ਕਹਿ ਸਕਦੇ। ਸੋ ਨਾਈਸ ਜੀ। ਹਾਂ, ਹੁਣ ਆਪਾਂ ਆਪਣੇ ਵਿਊਅਰਸ ਦਾ ਮੈਸੇਜ ਲੈਣ ਚਾਹ ਰਹੇ ਹਾਂ। ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਅੱਜ ਦੇ ਸਾਡੇ ਪਹਿਲੇ ਪ੍ਰੋਗਰਾਮ, ਸਾਡੇ ਜਿਹੜੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲੇ ਜਿਹੜੇ ਨੇ ਵਿਊਅਰ ਨੇ, ਉਹ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਉਹ ਕਹਿੰਦੇ ਨੇ ਕਿ ਅੱਜ ਮੈਂ ਪਹਿਲਾਂ ਜਿਹੜਾ ਮੇਰਾ ਕਮੈਂਟ ਹੈ ਅੱਜ ਦੇ ਪ੍ਰੋਗਰਾਮ ਦੇ ਥੱਲੇ, ਸੋ ਅਮਰਜੀਤ ਸਾਨੀ ਜਿਹੜੇ ਫਤਿਹ ਬੁਲਾਉਂਦੇ ਨੇ, ਬਲਜੀਤ ਫਰੈਜ ਜੀ ਫਤਿਹ ਬੁਲਾਉਂਦੇ, ਅਮਰਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਫਿਰ ਇਕਫਾਲ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਤੇ ਨੀਲਮ ਕੌਰ ਜੀ, ਯੂਰ ਵਰਕ ਐਜ਼ ਏ ਸਿੱਖ ਮੀਡੀਆ ਇਜ਼ ਫੈਬੂਲਸ ਐਂਡ ਸਿੱਖਸ ਆਲ ਓਵਰ ਦਾ ਵਰਲਡ ਵਿਲ ਰਿਮੇਨ ਇਨ ਡੈਟ ਟੂ ਯੂ ਫॉर all your efforts। ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਸਭ ਦੇ ਸਹਿਯੋਗ ਨਾਲ ਹੀ ਇਹ ਸੰਭਵ ਹੋ ਸਕਿਆ ਜੀ। ਵਰਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਵਰਿੰਦਰ ਸਿੰਘ ਜੀ ਕਹਿੰਦੇ ਸਾਰੇ TV 84 ਦੇ ਮੈਂਬਰ ਸਾਹਿਬ ਨੂੰ ਗੁਰੂ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਸ਼ਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਹਰਜਿੰਦਰ ਸਿੰਘ ਜੀ ਵਾਹਿਗੁਰੂ ਜੀ ਕਹਿੰਦੇ ਨੇ। ਐਂਡ ਅਮਰਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ ਜਦੋਂ ਵੀ ਕੋਈ ਦੁਵਿਧਾ ਹੁੰਦੀ ਹੈ ਤਾਂ ਤੁਹਾਡੇ ਵਿਚਾਰ ਸੁਣ ਕੇ ਉਹ ਦੂਰ ਹੋ ਜਾਂਦੀ ਹੈ। ਗੁਰੂ ਸਾਹਿਬ ਨੇ ਕਲਾ ਵਰਤਾਈ ਹੈ, ਪੰਥ ਦੀ ਬਾਂਹ ਘੁੱਟ ਕੇ ਫੜੀ ਹੈ, ਬਸ ਕਮੀ ਸਾਡੇ ਪੰਥ ਨੂੰ ਸਮਰਪਣ ਮੈਂ ਕਿਹਾ ਸਮਝਣ ਦੀ ਹੈ ਜੀ। ਔਰ ਮਾਝੇ ਵਾਲੇ ਕਹਿੰਦੇ ਨੇ ਕਿ ਸਾਰੇ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਂਡ ਸੁਖਿੰਦਰ ਸਿੰਘ ਜੀ TV 84 ਦੀ ਸਾਰੀ ਟੀਮ ਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜੈ ਸ਼੍ਰੀ ਕਿਸ ਕਹਿੰਦੇ ਨੇ ਨਾ, ਕਹਿੰਦੇ ਡਾਕਟਰ ਸਾਹਿਬ ਗੁਰੂ ਫਤਿਹ ਜੀ, ਭੈਣ ਜੀ ਨੀਲਮ ਕੌਰ ਜੀ ਗੁਰੂ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਪੰਨੂ ਗਰੇਵਾਲ ਜੀ ਕਹਿੰਦੇ ਨੇ ਕਿ ਡਾਕਟਰ ਸਰਦਾਰ ਅਮਰਜੀਤ ਸਿੰਘ ਜੀ ਆਪ ਜੀ ਦਾ ਇਸ ਸੇਵਾ ਲਈ ਭੈਣ ਜੀ ਤੇ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਕਹਿੰਦੇ ਨੇ, ਧੰਨਵਾਦ ਕਹਿੰਦੇ ਨੇ। ਤੁਹਾਡੇ ਸਾਰੇ ਵੀਰਾਂ ਭੈਣਾਂ ਦੇ ਸਹਿਯੋਗ ਨਾਲ ਹੀ ਅਸੀਂ ਇਸ ਨੂੰ ਜਾਰੀ ਰੱਖ ਪਾ ਰਹੇ ਹਾਂ। ਬਿਲਕੁਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਖਾਲਸਾ ਦੇਸ਼ ਪੰਜਾਬ ਜੀ ਵੀ ਹਮੇਸ਼ਾ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰਨ ਦੇਸ਼ ਪੰਜਾਬ ਤੇ ਸਿੱਖ ਕੌਮ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ ਸਾਰਿਆਂ ਦਾ, ਆਜ਼ਾਦੀ ਹੀ ਹੱਲ ਹੈ। ਵਾਹਿਗੁਰੂ ਜੀ।
ਹਰਜਿੰਦਰ ਮੱਲੀ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੁਖਜੀਵਨ ਬਾਹੂ ਜੀ ਵੀ ਗੁੱਡ ਜੌਬ ਕੀਪ ਇਟ ਅਪ ਐਂਡ ਕਹਿੰਦੇ ਨੇ। ਐਂਡ ਲਖਵਿੰਦਰ ਸਿੰਘ ਪੰਨੂ ਖਾਲਸਾ ਜ਼ਿੰਦਾਬਾਦ ਐਂਡ ਦਰਸ਼ਿੰਦਰ ਗਿੱਲ ਜੀ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕਹਿੰਦੇ ਸ਼ੇਅਰ ਐਵਰੀਬਾਡੀ ਐਂਡ ਸਤਨਾਮ ਢਿੱਲੋਂ ਜੀ ਵੀ ਖਾਲਸਾ ਰਾਜ ਸੁਖੀ ਸੰਸਾਰ। ਕਸ਼ਮੀਰ ਵਿਰਕ ਖਾਲਸਾ ਜ਼ਿੰਦਾਬਾਦ। ਸੁਰਜੀਤ ਸਿੰਘ ਖੱਲਰ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਵੀਰ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਰਾਜ ਸਾਹਿਬ ਜੀ 2017 ਵਾਲੀ ਪਾਕਿਸਤਾਨ ਵਾਲੀ ਤੁਹਾਡੀ ਸਾਰੀ ਵੀਡੀਓ 2 ਵਾਰੀ ਦੇਖੀ ਹੈ, ਬਹੁਤ ਵਧੀਆ ਲੱਗੀ ਹੈ, ਜਿਸ ਵਿੱਚ ਪਾਕਿਸਤਾਨ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ, ਕਸ਼ਮੀਰ ਪਾਕਿਸਤਾਨ ਦਾ ਹਿੱਸਾ ਹੈ। ਸੋ ਇਸੇ ਹਾਂਜੀ ਇੰਡੀਆ ਦੀ ਆਈਡੀ ਤੋਂ ਹੈ ਕਿ ਬਾਬਾ ਜੀ ਕੋਈ ਚੰਦਰਮਾ ਤੇ ਜਾ ਹੀ ਨਹੀਂ ਸਕਦਾ, ਇਹ ਸਭ ਫਰਜ਼ੀ ਸਾਇੰਸ ਵਾ ਸਪੇਸ ਵਿੱਚ ਅੱਜ ਤੱਕ ਕੋਈ ਨਹੀਂ ਜਾ ਸਕਦਾ, ਸਪੈਸ਼ਲੀ ਚੰਦਰਮਾ ਤੇ। ਯਾਰ ਉਹਨੂੰ ਮਰਦੀ ਕਰਨਾ ਸੇ ਨਹੀਂ, ਕੱਲ ਅਸੀਂ ਕਿਹਾ ਸੀ ਕਿ ਇੱਕ ਕੰਸਪੀਰੇਸੀ ਥਿਓਰਿਸਟ ਹੁੰਦੇ ਨੇ, ਉਹਨਾਂ ਨੇ ਕਹਿਣਾ ਨਾ 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 ਚੰਦਰਮਾ ਨਹੀਂ, ਉਹ ਤਾਂ ਰਾਜਸਥਾਨ ਚ ਗਿਆ ਸੀ। ਹਾਂਜੀ, ਬੀਜ ਡੋਲੀ ਜੀ ਕਹਿੰਦੇ ਨੇ ਗੁੱਡ ਐਨਾਲਿਸਿਸ। ਜੀਤ ਸੂਰਚੀਆ ਜੀ ਕਹਿੰਦੇ ਨੇ ਕਿ ਗੁਰੂ ਮੇਰ ਕਰੇ ਤੇ ਭਾਈ ਨਿੱਜਰ ਜੀ ਦੀ ਸ਼ਹੀਦੀ ਅਖੀਰੀ ਸ਼ਹੀਦੀ ਹੋਵੇ ਤੇ ਕੌਮ ਆਜ਼ਾਦ ਹੋਵੇ। ਸੋ ਨਾਈਸ। ਐਂਡ ਬਲਿਹਾਰ ਸਿੰਘ ਕੰਗ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਜੀ ਸੂਰਤੀਆ ਜੀ ਅਮਿਤ ਸ਼ਾਹ ਕਹਿੰਦੇ ਨੇ ਅਹਿਮਦ ਸ਼ਾਹ ਅਬਦਾਲੀ ਹੈ। ਸੋ ਇਸੇ ਤਰ੍ਹਾਂ ਫਿਰ ਬਾਜ ਖੇਰਾ ਜੀ ਵੀ ਪੰਨੂ ਸਾਹਿਬ ਕਹਿੰਦੇ ਜ਼ਿੰਦਾਬਾਦ। ਫੇਸਬੁੱਕ ਤੇ ਵੀ ਮੈਸੇजेस ਲੰਬੇ ਨੇ ਜੀ, ਮੈਂ ਹੁਣ ਤੁਹਾਡੇ ਤੋਂ ਲੈਣਾ, ਹਾਲਾਂਕਿ ਅੱਜ ਅਸੀਂ ਕਾਫੀ ਲੇਟ ਚੱਲ ਰਹੇ ਹਾਂ, ਪਰ ਅੱਜ ਅਸੀਂ ਲਿਬਰਟੀ ਲੈ ਰਹੇ ਹਾਂ ਵੀ ਸਾਲ ਦਾ ਅਖੀਰਲਾ ਪ੍ਰੋਗਰਾਮ ਹੈ, ਅਸੀਂ ਤੁਹਾਡੇ ਸਭ ਦੇ ਵਿਚਾਰਾਂ ਨੂੰ ਜਿਹੜਾ ਉਹ ਇਸ ਸਾਰੇ ਦਾ ਹਿੱਸਾ ਬਣਾਉਣਾ ਚਾਹੁੰਦੇ ਹਾਂ। ਬਿਲਕੁਲ। ਭੈਣ ਜੀ ਕਿਰਨਜੀਤ ਕੌਰ ਉਹਨਾਂ ਨੇ ਲਿਖਿਆ Sikh concept of Chaddi Kala is an equivalence of a mind that never despairs, never admits defeat and refuses to be crushed by adverse situations। बिल्कुल खूबसूरत बयानी है कि भी ये वो मानसिक हालत है जिहड़ी कदे उदासी च नहीं जाती, कदे हार नहीं मनदी और ਵੱਧ ਤੋਂ ਬਦਤਰ ਹਾਲਾਤਾਂ ਦੇ ਵਿੱਚ ਵੀ ਜਿਹੜਾ ਹੈ ਉਹ ਆਪਣੇ ਆਪ ਨੂੰ ਪਿਸਿਆ ਮਹਿਸੂਸ ਨਹੀਂ ਕਰਦੀ, ਉਸ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਾ। ਹਰਮਿੰਦਰ ਸਿੰਘ ਫਤਿਹ ਬੁਲਾਉਂਦੇ ਨੇ, ਸਾਡੇ ਵੀਰ ਬਲਵਿੰਦਰ ਸਿੰਘ ਚੱਠਾ, ਉਹਨਾਂ ਨੇ ਤੁਹਾਨੂੰ ਮੈਨੂੰ ਫਤਿਹ ਬੁਲਾਈ। ਉਹਨਾਂ ਨੇ ਕਿਹਾ 2023 'ਚ ਤੁਹਾਡੀ ਮਿਹਨਤ ਤੇ ਕਾਮਯਾਬੀ ਨੂੰ ਸਿਜਦਾ ਹੈ, ਸਾਲ 1924 ਵਿੱਚ ਹੋਰ ਕਾਮਯਾਬੀ ਦੀ ਕਾਮਨਾ ਕਰਦੇ ਹਾਂ। TV 84 ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ ਔਰ ਰੈਫਰੈਂਡਮ ਪੰਜਾਬ ਖਾਲਿਸਤਾਨ ਜ਼ਿੰਦਾਬਾਦ, ਲੈ ਕੇ ਰਹਾਂਗੇ ਖਾਲਿਸਤਾਨ ਵੈਰੀ ਸੂਨ। ਵੈਰੀ ਨਾਈਸ। ਚੱਠਾ ਸਾਹਿਬ ਤੁਹਾਡਾ ਸਾਥ ਵੀ ਇੱਕ ਪਰਛਾਵੇਂ ਵਾਂਗ ਹੈ, ਭਰਾਵਾਂ ਵਾਲਾ ਇਹਨਾਂ ਸਾਰੇ 30-35 ਸਾਲਾਂ 'ਚ। ਸੋ ਨਾਈਸ। ਔਰ TV 84 ਦੇ ਤੁਸੀਂ ਖੈਰ ਖਵਾਹ ਵੀ ਹੋ ਔਰ ਸਾਡੇ ਬੈਂਕ ਵੀ ਹੋ ਔਰ ਤੁਹਾਡਾ ਹੌਸਲਾ ਹਮੇਸ਼ਾ ਹੀ ਸਾਡੇ ਲਈ। ਧਿਆਨ ਰੱਖਿਆ ਕਰੋ ਜਰਾ, ਆਂਟੀ ਦਾ ਧਿਆਨ ਰੱਖਿਆ ਕਰੋ, ਧਿਆਨ ਨਹੀਂ ਰੱਖਦੇ ਤੁਸੀਂ? ਨਹੀਂ, ਉਹਨਾਂ ਦਾ ਪੂਰਾ ਧਿਆਨ ਰੱਖਦੇ ਨੇ। ਹਾਂਜੀ। ਵੀਰ ਕਮਲ ਸਿੰਘ ਲਿਖਦੇ ਨੇ ਜੋ ਕਹਿੰਦੇ ਮੋਦੀ ਹੈ ਤਾਂ ਮੁਮਕਿਨ ਹੈ, ਉਹ ਭੁੱਲ ਜਾਂਦੇ ਹਨ ਕਿ ਫਿਰ ਇਹ ਦੇਸ਼ ਟੁੱਟਣਾ ਮੁਮਕਿਨ ਕਿਉਂ ਨਹੀਂ ਬਣਾ ਸਕਦਾ। ਇੱਕ ਹੋਰ ਗੱਲ ਜਿਸ ਵੱਲ ਜ਼ਿਆਦਾ ਧਿਆਨ ਨਹੀਂ ਗਿਆ ਕਿਸੇ ਦਾ, ਉਹ ਇਹ ਕਿ ਤੁਸੀਂ ਦੇਖੋ ਕਿ ਪੰਨੂ ਦੇ ਕਤਲ ਤੋਂ ਪਹਿਲਾਂ ਇਹ ਵੀ ਤਿਆਰੀ ਕੀਤੀ ਗਈ ਸੀ ਕਿ ਇਸ ਨੂੰ ਕਿਸ ਦੇ ਖਾਤੇ ਪਾਉਣਾ ਹੈ ਤੇ ਕਿਸ ਤਰ੍ਹਾਂ ਪ੍ਰਚਾਰਨਾ ਹੈ। ਜੋ RSS ਦੇ ਪੱਤਰਕਾਰ ਨੇ ਬਿਸ਼ਨੋਈ ਦੇ ਇੰਟਰਵਿਊ ਕੀਤਾ ਸੀ, ਜਿਸ ਦਾ ਪਤਾ ਅਜੇ ਤੱਕ ਕਈ ਜਾਂਚ ਟੀਮਾਂ ਮਿਲ ਕੇ ਵੀ ਨਹੀਂ ਲਗਾ ਸਕੀਆਂ ਕਿ ਕਿਸ ਜੇਲ੍ਹ ਵਿੱਚ ਹੋਈ ਹੈ, ਉਸ ਨਾਲ ਭਵਿੱਖ ਵਿੱਚ ਬੜੀ ਸਕੀਮ ਨਾਲ ਪੰਨੂ ਦੇ ਕਤਲ ਤੋਂ ਬਾਅਦ ਇਸ ਨੂੰ ਬਿਸ਼ਨੋਈ ਦੇ ਖਾਤੇ ਪਾ ਕੇ ਉਸ ਨੂੰ ਦੇਸ਼ ਭਗਤ ਤੇ ਹਿੰਦੂ ਨਾਇਕ ਪੇਸ਼ ਕਰਨਾ ਸੀ ਤੇ ਪੰਜਾਬ ਰਹਿੰਦੇ ਪੰਥ ਦਰਦੀ ਸਿੱਖਾਂ ਨੂੰ ਢਹਿੰਦੀ ਕਲਾ ਤੇ ਨਿਰਾਸ਼ਾ ਵਿੱਚ ਧੱਕਣਾ ਸੀ, ਜੋ ਗੁਰੂ ਸਾਹਿਬ ਦੀ ਕਿਰਪਾ ਨਾਲ ਨਹੀਂ ਹੋਇਆ। ਇਸ ਲਈ ਹੀ ਉਸੇ ਪੱਤਰਕਾਰ ਨੇ ਕੁਝ ਦਿਨ ਪਹਿਲਾਂ ਪੰਨੂ ਦੀ ਇੰਟਰਵਿਊ ਵੀ ਕਰ ਲਈ ਸੀ, ਜਿਸ ਦੀ ਕੀਮਤ ਹੋਰ ਕਿਸੇ ਪੱਤਰਕਾਰ ਲਈ ਸਾਰੀ ਉਮਰ ਜੇਲ੍ਹ ਵਿੱਚ ਸੜਨਾ ਹੋਣੀ ਸੀ। ਜੇ ਭਵਿੱਖ ਵਿੱਚ ਇਹੋ ਜਿਹੀਆਂ ਘਟਨਾਵਾਂ ਹੋ ਕੇ ਜੁੜਦੀਆਂ ਹਨ ਤਾਂ ਸੰਘਰਸ਼ਸ਼ੀਲ ਆਗੂਆਂ ਨੂੰ ਇਹਨਾਂ ਨੂੰ ਪਰਖ ਕੇ ਪਹਿਲਾਂ ਹੀ ਸੁਚੇਤ ਹੋ ਜਾਣਾ ਚਾਹੀਦਾ ਹੈ। ਕਮਲ ਸਿੰਘ ਜੀ, ਤੁਸੀਂ ਬਿਲਕੁਲ ਠੀਕ ਐਨਾਲਿਸਿਸ ਦਿੱਤਾ। ਮੈਂ ਵੀ ਇਹ ਜਿਹੜਾ ਪੱਤਰਕਾਰ ਹੈ ਉਹ ਇਹਨਾਂ ਦਾ ਹੀ, ਏਜੰਸੀਆਂ ਦੀ ਆਪਣੀ ਖੇਡ ਹੁੰਦੀ ਹੈ, ਇੱਕ ਪਾਸੇ ਇੱਧਰ ਇੱਕ ਪਾਸੇ ਉੱਧਰ। ਔਰ ਜਿਵੇਂ ਬਿਸ਼ਨੋਈ ਨੂੰ ਇੱਕ ਹੀਰੋ ਦੇ ਤੌਰ ਤੇ ਔਰ
ਦੇਵੀ ਮਾਤਾ ਦਾ ਭਗਤ ਤੇ ਭਾਰਤ ਮਾਤਾ ਦਾ ਭਗਤ, ਕਿਉਂਕਿ ਹੈ ਵੀ ਇਹ ਸਾਰੀ ਅਮਿਤ ਸ਼ਾਹ ਦੀ ਖੇਡ ਹੀ ਹੈ। ਖਾਲਸਾ ਜੀਪੀ ਸਿੰਘ ਲਿਖਦੇ ਨੇ, ਆਹ ਦੇਖੋ ਜੀ ABP ਸਾਂਝਾਂ ਦੀ ਹੈਡਲਾਈਨ, ਕੈਨੇਡਾ ਸ਼ੂਟਿੰਗ, ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਬਦਲਾ ਲੈਣ ਦੀ ਕੋਸ਼ਿਸ਼, ਸਵਾਲੀਆ ਨਿਸ਼ਾਨ। ਕੈਨੇਡਾ 'ਚ ਹਿੰਦੂ ਲੀਡਰ ਦੇ ਘਰ ਤੇ ਅੰਨ੍ਹੇਵਾਹ ਫਾਇਰਿੰਗ, ਬਿਨਾਂ ਕਿਸੇ ਜਾਂਚ ਪੜਤਾਲ ਦੇ ਦੋਸ਼। ਪੱਛਮੀ ਮੁਲਕ ਸਿੱਖਾਂ ਦੇ ਹੱਕ 'ਚ ਖੜੇ ਤੇ ਇਹ ਅੱਗ ਉਗਲਣ ਲੱਗ ਪਏ ਨੇ ਜੀ। ਆਪਣਾ ਆਪ ਦਾ ਵਾਰ-ਵਾਰ ਸਾਵਧਾਨ ਕਰਨਾ ਸਮੇਂ ਤੇ ਬਿਲਕੁਲ ਢੁਕਵਾਂ ਹੈ ਜੀ। ਕੌਮ ਦਾ ਮਿਸ਼ਨ ਸ਼ਾਂਤੀ ਦੇ ਰਸਤੇ ਤੇ ਰਹਿ ਕੇ ਪੂਰਾ ਹੋਵੇਗਾ ਜੀ। ਬਹੁਤ ਬਹੁਤ ਸ਼ੁਕਰੀਆ ਸਿੰਘ ਸਾਹਿਬ, ਖਾਲਸਾ ਜੀਪੀ ਸਿੰਘ ਜੀ। ਔਰ ਅਸ਼ਫਾਕ ਸ਼ਾਹ ਗੁੱਡ ਕਹਿੰਦੇ ਨੇ, ਕਿਰਪਾਲ ਸਿੰਘ ਚੀਮਾ ਇਹ ਸਾਡੇ ਰੈਗੂਲਰ ਵਿਊਅਰ ਵੀ ਨੇ ਔਰ ਇਹਨਾਂ ਦੀ ਬੜੀ ਕੀਮਤੀ ਲਿਖਤ ਹੁੰਦੀ ਹੈ, ਆਜ਼ਾਦੀ ਜਾਂ ਗੁਲਾਮੀ। ਚਮਕੌਰ ਦੀ ਜੰਗ ਤੇ 1984 ਦੀ ਜੰਗ ਵਿੱਚ ਜ਼ਿਆਦਾ ਫਰਕ ਨਹੀਂ ਹੈ। ਉਹ ਜੰਗ ਵੀ ਹੱਕ, ਸੱਚ, ਇਨਸਾਫ ਤੇ ਆਜ਼ਾਦੀ ਨਾਲ ਜੀਣ ਦੀ ਜੰਗ ਸੀ ਤੇ 1984 ਦੀ ਜੰਗ ਵੀ ਬਿਲਕੁਲ ਉਹਨਾਂ ਅਸੂਲਾਂ ਦੀ ਹੀ ਜੰਗ ਹੈ। ਫਰਕ ਸਿਰਫ ਇੰਨਾ ਹੈ ਕਿ ਉਹ ਜੰਗ ਮੁਗਲਾਂ ਤੇ ਹਿੰਦੂ ਪਹਾੜੀ ਰਿਆਸਤਾਂ ਨਾਲ ਸੀ ਤੇ 1984 ਵਿੱਚ ਭਾਰਤ ਦਾ ਹਿੰਦੂ ਰਾਸ਼ਟਰ ਦੇ ਨਾਲ ਇਹ ਜੰਗ ਸੀ। ਇਸੇ ਕਰਕੇ ਕਹਿਰ ਵੀ ਬਿਲਕੁਲ ਮੁਗਲਾਂ ਵਾਂਗ ਹੀ ਕੀਤਾ ਗਿਆ। ਤੇ ਜੇ ਸਿੱਖ ਕੌਮ ਨੂੰ 1984 ਤੋਂ ਹੁਣ ਤੱਕ ਇਨਸਾਫ ਮਿਲਿਆ, ਉਹ ਵੀ ਸਭ ਕੁਝ ਤੁਹਾਡੇ ਸਾਹਮਣੇ ਹੈ। ਔਰ ਉਹਨਾਂ ਨੇ ਕਿਹਾ ਇਹ ਹਮਲਾ ਭਾਰਤ ਦੇ ਸੰਵਿਧਾਨ ਦਾ ਮਖੌਟਾ ਪਾ ਕੇ ਹਿੰਦੂ ਰਾਸ਼ਟਰ ਦੁਆਰਾ ਕੀਤਾ ਸਿੱਖਾਂ ਦਾ ਕੌਮੀ ਕਤਲੇਆਮ ਸੀ। ਬੁੱਧੀਮਾਨ ਹੋਣਾ ਚੰਗੀ ਗੱਲ ਹੈ ਭਾਈ, ਪਰ ਸੱਚਾਈ ਨੂੰ ਸਮਝਣ ਤੇ ਜਾਣਨ ਲਈ ਸਿੱਖ ਕੌਮ ਨੂੰ ਵਿਵੇਕੀ ਵੀ ਹੋਣਾ ਹੀ ਪਵੇਗਾ। ਫੈਸਲਾ ਤੁਸੀਂ ਆਪ ਕਰ ਲਓ। ਬਿਲਕੁਲ ਤੁਸੀਂ ਠੀਕ ਫਰਮਾਇਆ ਸਰ ਸਾਹਿਬ। ਪ੍ਰਭ ਦਿਆਲ ਸਿੰਘ, ਦਵਿੰਦਰ ਸੰਧੂ, ਜਸਬੀਰ ਸਿੰਘ, ਦੀਪ ਸਿੰਘ, ਓਂਕਾਰ ਸਿੰਘ ਸਾਂਭਾ, ਇਹਨਾਂ ਸਾਰਿਆਂ ਦੀ ਫਤਿਹ ਹੈ। ਦੀਪ ਸਿੰਘ ਇਹ ਕਹਿੰਦੇ ਨੇ, ਅੱਜ ਸਾਡੇ ਬੰਦੀ ਸਿੰਘਾਂ ਨੇ ਜੇਲ੍ਹ ਵਿੱਚੋਂ ਅਮਿਤ ਸ਼ਾਹ ਦੇ ਵੱਟ ਕੇ ਚਪੇੜ ਮਾਰੀ, ਜਿਹੜਾ ਉਹ ਸਵਾਦ ਲਿਆ ਦਿੱਤਾ ਹੈ, ਕਿਉਂਕਿ ਰਾਜੋਆਣਾ ਨੇ ਤਾਂ ਪਹਿਲਾਂ ਹੀ ਕਿਹਾ ਸੀ। ਅੱਜ ਦੂਸਰੇ ਦੋ ਸਿੰਘਾਂ ਨੇ ਵੀ, ਸ਼ਾਇਦ ਜਗਤਾਰ ਸਿੰਘ ਤਾਰਾ ਔਰ ਇੱਕ ਸਿੰਘ ਹੋਰ, ਉਹਨਾਂ ਦੀ ਚਿੱਠੀ ਵੀ ਸੀ ਔਰ ਪ੍ਰੈਸ ਕਾਨਫਰੰਸ ਵੀ ਉਹਨਾਂ ਦੇ ਸ਼ਾਇਦ ਵਕੀਲ ਜਾਂ ਕਿਸੇ ਦੀ ਸੀ। ਔਰ ਓਂਕਾਰ ਸਿੰਘ ਸਾਬਾ, ਜਸਬੀਰ ਸਿੰਘ ਕਹਿੰਦੇ ਨੇ, ਇੰਡੀਆ ਅਫਰੇਡ ਫਰਮ ਪਨੂ ਸਾਹਿਬ ਬਿਕੋਜ਼ ਖਾਲਿਸਤਾਨ ਰੈਫਰੈਂਡਮ ਪ੍ਰੋਸੈਸ ਡਿਫੀਟਿੰਗ ਇੰਡੀਅਨ ਡੀਪ ਸਟੇਟ ਸੋ ਬੈਡਲੀ। ਬਿਲਕੁਲ ਤੁਸੀਂ ਠੀਕ ਫਰਮਾ ਰਹੇ ਹੋ। ਖਾਲਿਸਤਾਨ ਰੈਫਰੈਂਡਮ ਨੇ ਡਾਇਸਪੋਰਾ ਸਿੱਖਾਂ ਦੀ ਤਾਕਤ ਵੀ ਔਰ ਖਾਲਿਸਤਾਨ ਦੇ ਨਾਲ ਖਲੋਣ ਦੀ ਤਾਕਤ ਵੀ ਦਰਸਾਈ ਹੈ। ਸਾਡੇ ਵੀਰ ਬੌਬ ਸਿੰਘ, ਉਹਨਾਂ ਦੀ ਲਿਖਤ ਹੈ, ਉਹਨਾਂ ਨੇ ਕਿਹਾ TV 84 ਦੀ ਸਮੁੱਚੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਖਿਮਾ ਦਾ ਜਾਚਕ ਹੋਣਾ ਚਾਹਾਂਗਾ ਕਿ ਕੱਲ੍ਹ ਦੇ ਪ੍ਰੋਗਰਾਮ ਵਿੱਚ ਹਾਜ਼ਰੀ ਨਹੀਂ ਭਰ ਸਕਿਆ। ਪਰਿਵਾਰਕ ਕਾਰਜ ਕਰਕੇ ਸਮੂਹ ਪਰਿਵਾਰ ਸਮੇਤ ਕਿਤੇ ਹੋਰ ਹਾਜ਼ਰੀ ਦੀ ਹਾਮੀ ਭਰੀ ਹੋਈ ਸੀ। ਕੱਲ ਜਿਸ ਵਕਤ ਵੀਰ ਅਮਰਵੀਰ ਸਿੰਘ ਦਾ ਫੋਨ ਆਇਆ, ਉਦੋਂ ਬਹੁਤੀ ਗੱਲਬਾਤ ਵੀ ਨਾ ਹੋ ਸਕੀ। ਖੈਰ, ਆਪ ਜੀ ਦੀ ਸਮੁੱਚੀ ਟੀਮ ਦਾ ਬਹੁਤ ਧੰਨਵਾਦ, ਜੋ ਆਪ ਨੇ ਸਮੁੱਚੇ ਬੋਲਾਂ ਰਾਹੀਂ ਦਾਸ ਅਤੇ ਪਰਿਵਾਰ ਦੀ ਸਿਫਤ ਸਲਾਹ ਲਈ ਸ਼ੁੱਧ ਲਫ਼ਜ਼ ਉਚਰਦੇ ਹੋ ਜੀ। ਦਾਸ ਅਤੇ ਪਰਿਵਾਰ ਦੀ ਕੌਮ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਅਰਦਾਸ ਤੇ ਸਹਿਯੋਗ ਰਹਿੰਦਾ ਹੈ ਅਤੇ ਗੁਰੂ ਸਦਕਾ ਰਹਿੰਦਾ ਰਹੇਗਾ। ਭੈਣ ਨੀਲਮ ਜੀ ਨੇ ਪਿਤਾ ਜੀ ਦਾ ਨਾਮ ਸਰਦਾਰ ਜਸਵੰਤ ਸਿੰਘ ਦੀ ਥਾਂ ਸਰਦਾਰ ਨਿਰੰਜਨ ਸਿੰਘ ਲੈ ਦਿੱਤਾ ਸੀ। ਖੈਰ, ਮੇਰੇ ਪਿਤਾ ਜੀ ਦੇ ਪੜਦਾਦਾ ਜੀ ਦਾ ਨਾਮ ਨਿਰੰਜਨ ਸਿੰਘ ਸੀ। ਆਪ ਜੀ ਦਾ ਪੂਰਾ ਪ੍ਰੋਗਰਾਮ ਅੱਜ ਸੁਣਿਆ। ਅਤ ਉੱਤਮ ਤਰੀਕੇ ਨਾਲ ਤਕਰੀਰ, ਸਬੂਤ, ਨਿਸ਼ਾਨਦੇਹੀ ਤੇ ਜੋ ਭਰੋਸਾ ਆਪ ਖਬਰਾਂ ਰਾਹੀਂ ਦਿੰਦੇ ਹੋ, ਉਹ ਹੋਰ ਸਾਨੂੰ ਕਿਤੋਂ ਵੀ ਲੱਭਣ ਦੀ ਲੋੜ ਨਹੀਂ ਹੈ। ਆਪ ਜੀ ਦਾ ਧੰਨਵਾਦ। ਪ੍ਰੋਗਰਾਮ ਦੀ ਸ਼ੁਰੂਆਤ ਵਾਸ਼ਿੰਗਟਨ ਪੋਸਟ ਦੀ 13 ਪੰਨਿਆਂ ਦੀ ਰਿਪੋਰਟ ਤੈਅ ਲੈ ਕੇ ਅੰਤ ਵਿੱਚ ਅਨਨੋਨ ਅੰਗਰੇਜ਼ੀ ਦੇ ਲਿਖਾਰੀ ਵੱਲੋਂ ਕਵਿਤਾ, ਸਭ ਕੁਛ ਇੱਕ ਗਿਆਨ ਸਾਗਰ ਵਾਂਗ ਹੀ ਸੀ। ਅਸੀਂ ਸਭ TV 84 ਦੀ ਸਮੁੱਚੀ ਟੀਮ ਦੀ ਚੜ੍ਹਦੀ ਕਲਾ ਦੀ ਅਰਦਾਸ ਅਤੇ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਆਪ ਜੀ ਦਾ ਆਰਥਿਕ ਤੌਰ 'ਤੇ ਆਪਣੀ ਹਿੰਮਤ ਮੁਤਾਬਕ ਜ਼ਰੂਰ ਸਹਿਯੋਗ ਕਰਨ। ਅੱਜ ਵੀ ਪ੍ਰੋਗਰਾਮ ਵਿੱਚ ਹਾਜ਼ਰੀ ਨਹੀਂ ਭਰੀ ਜਾਣੀ, ਪਰ ਕੱਲ੍ਹ ਰਿਕਾਰਡਿੰਗ ਜ਼ਰੂਰ ਸੁਣਾਂਗੇ ਜੀ। ਸਾਡੇ ਵੱਲੋਂ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੌਬ ਸਿੰਘ ਜੀ, ਜੋ ਤੁਸੀਂ ਕਿਹਾ ਹੈ, ਮੈਂ ਤਾਂ ਅੱਜ ਵੀ ਸਾਡੇ ਵੀਰ ਜਸਬੀਰ ਸਿੰਘ ਸਵਿਟਜ਼ਰਲੈਂਡ 'ਚ ਹੀ ਨਹੀਂ ਸ਼ਾਇਦ, ਹਾਂ,
ਔਰ ਬਹੁਤ ਵੱਡਾ ਉਹਨਾਂ ਨੇ ਕੰਮ ਕੀਤਾ ਹੋਇਆ, ਜਹਾਜ਼ ਲੈ ਗਏ ਔਰ ਪੰਥ ਦੀ ਸੇਵਾ 'ਚ ਆਪਣਾ ਆਪਾ ਸਮਰਪਿਤ ਕੀਤਾ। ਤੇ ਉਹ ਵੀ ਜਦੋਂ ਅੱਜ ਗੱਲਾਂ ਕਰ ਰਹੇ ਸੀ, ਉਹਨਾਂ ਨੂੰ ਉਹ ਪ੍ਰੋਗਰਾਮ ਹੁਣ ਦੇਖਦੇ ਨੇ, ਤੇ ਮੈਂ ਕਿਹਾ ਨਹੀਂ, ਇਹ ਵਡਿਆਈ ਸਤਿਗੁਰੂ ਦੀ ਹੈ। ਅਸੀਂ ਤਾਂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਵਡਿਆਈ ਗੁਰੂ ਦੀ ਹੈ। ਰਾਜਵਿੰਦਰ ਸਿੰਘ, ਸੋਹਣ ਸਿੰਘ ਮਾਇਲ, ਦੀਪ ਸਿੰਘ, ਇਹਨਾਂ ਸਾਰਿਆਂ ਦੀਆਂ ਲਿਖਤਾਂ ਨੇ। ਦੀਪ ਸਿੰਘ ਹੋਰੀ ਵਨ ਲਾਈਨਰ ਲਿਖਦੇ ਨੇ, ਪਰ ਹੁੰਦਾ ਉਹਨਾਂ ਦਾ ਸਵਾਦੀ ਕਮੈਂਟ ਹੈ। ਉਹਨਾਂ ਕਿਹਾ ਚੀਨ ਨਾਲ ਬੜੀ ਪੀਂਘ ਝੂਟਦਾ ਸੀ ਮੋਦੀ, ਚੀਨੀਆਂ ਨੇ ਥੱਲੇ ਸੁੱਟਤਾ ਧੱਕਾ ਮਾਰ ਕੇ। ਔਰ ਫਿਰ ਉਹਨਾਂ ਨੇ ਕਿਹਾ ਚੜ੍ਹਦੀ ਕਲਾ ਤੋਂ ਭਾਵ ਹਾਈ ਸਪਿਰਿਟਸ ਵਿਦ ਗ੍ਰੇਸ ਆਫ ਵਾਹਿਗੁਰੂ ਜੀ। ਇਹਦੇ 'ਚ ਚੜ੍ਹਦੀ ਕਲਾ ਰਹਿਣੀ ਹੈ। ਉਹਦੀਆਂ ਜਿੰਨੀਆਂ ਮਰਜ਼ੀ ਡੈਫੀਨੇਸ਼ਨਸ ਦਿਓ, ਪਰ ਇਹ ਚੜ੍ਹਦੀ ਕਲਾ ਖਾਲਸੇ ਦੀ ਚੜ੍ਹਦੀ ਕਲਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਔਰ ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvd4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਨਵੇਂ ਸਾਲ ਵਾਲੇ ਦਿਨ ਮੰਡੇ ਨੂੰ ਤੁਹਾਡੇ ਰੂਬਰੂ ਹੋਵਾਂਗੇ। ਤੋ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ, ਹੱਸਦੇ ਰਹੋ, ਵਸਦੇ ਰਹੋ, ਜਿਉਂਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਨਵਾਂ ਸਾਲ ਤੁਹਾਡੇ ਲਈ ਸਾਰਿਆਂ ਲਈ ਖੁਸ਼ੀਆਂ ਭਰਿਆ ਚੜ੍ਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।